हाँ जी स्टूडेंट्स, स्वागत है तुहाडा दलजीत एजुकेशन वर्ल्ड दे उत्ते ते हाज़र हाँ इंग्लिश दा अगला टॉपिक लैके। बिल्कुल जी, इट इज़ वेरी इंपॉर्टेंट टॉपिक ऑफ इंग्लिश। द टॉपिक इज़ फर्स्ट लैंग्वेज, सेकंड लैंग्वेज एंड फॉरेन लैंग्वेज। यस, फर्स्ट लैंग्वेज, सेकंड लैंग्वेज एंड फॉरेन लैंग्वेज। पहली भाषा, दूजी भाषा ते विदेशी भाषा। ये पहली भाषा या फिर दूजी भाषा या फिर विदेशी भाषा की हुंदी है, ਇਹਦੇ ਬਾਰੇ ਅੱਜ ਅਸੀਂ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਸੋ ਲੈਟ ਅਸ ਸਟਾਰਟ ਦ ਟੌਪਿਕ ਦੈਨ। ਫਸਟ ਆਫ ਆਲ ਵੀ ਆਰ ਗੋਇੰਗ ਟੂ ਡਿਸਕਸ ਦੈਟ ਵਟ ਇਜ਼ ਆ ਫਸਟ ਲੈਂਗੁਏਜ। ਯੈਸ, ਫਸਟ ਲੈਂਗੁਏਜ ਯਾਨੀ ਪਹਿਲੀ ਭਾਸ਼ਾ ਕੀ ਹੁੰਦੀ ਹੈ। ਕੀ ਗੱਲ ਕਰੀਏ ਰਾਜੇ ਕਿ ਫਸਟ ਲੈਂਗੁਏਜ ਕੀ ਹੈ। ਦ ਫਸਟ ਲੈਂਗੁਏਜ ਜਿਹੜੀ ਹੈ ਆਲਸੋ ਨੋਨ ਐਜ਼ ਨੇਟਿਵ ਲੈਂਗੁਏਜ ਔਰ ਮਦਰ ਟੰਗ is the language one learns as a child। ਜਿਹੜੇ ਅਸੀਂ ਛੋਟੇ ਹੁੰਦੇ ਆਪਣੇ ਪੈਰੈਂਟਸ ਤੋਂ, ਆਪਣੇ ਆਲੇ ਦੁਆਲੇ ਤੋਂ, ਆਪਣੇ ਅੰਕਲ ਆਂਟਸ ਤੋਂ ਸਿੱਖਦੇ ਹੈਗੇ ਆ। ਇਹਨੂੰ ਕਹਿੰਦੇ ਆ ਜੀ ਫਸਟ ਲੈਂਗੁਏਜ। ਜਿਹੜੀ ਸਾਡੀ ਮਾਂ ਬੋਲੀ ਹੁੰਦੀ ਹੈ, ਸਾਡੀ ਮਦਰ ਟੰਗ ਹੁੰਦੀ ਹੈ, ਸਾਡੀ ਦੁੱਧ ਦੀ ਬੋਲੀ ਹੁੰਦੀ ਹੈ। ਜਿਵੇਂ ਅਸੀਂ ਵੀ ਆਰ ਪੰਜਾਬੀ ਐਂਡ ਆਵਰ ਮਦਰ ਟੰਗ ਔਰ ਫਸਟ ਲੈਂਗੁਏਜ ਔਰ ਨੇਟਿਵ ਲੈਂਗੁਏਜ ਇਜ਼ ਇੰਗਲਿਸ਼, ਉਹ ਸੋਰੀ ਪੰਜਾਬੀ। ਠੀਕ ਹੈ, ਸਾਡੀ ਜਿਹੜੀ ਪੰਜਾਬੀਆਂ ਦੀ ਮਦਰ ਟੰਗ ਜਾਂ ਫਿਰ ਨੇਟਿਵ ਲੈਂਗੁਏਜ ਜਾਂ ਫਿਰ ਫਸਟ ਲੈਂਗੁਏਜ ਕੀ ਹੈ, ਪੰਜਾਬੀ। ਇਵੇਂ ਜਿਹੜੇ ਬਾਕੀ ਅਦਰ ਸਟੇਟਸ ਦੇ ਲੋਕ ਨੇ ਉਹਨਾਂ ਦੀ ਜਿਹੜੀ ਨੇਟਿਵ ਲੈਂਗੁਏਜ ਜਾਂ ਫਿਰ ਮਦਰ ਟੰਗ ਜਾਂ ਫਿਰ ਫਸਟ ਲੈਂਗੁਏਜ ਕੋਈ ਹੋਰ ਹੋਵੇਗੀ। ਠੀਕ ਹੈ, ਸੋ ਦਿਸ ਲੈਂਗੁਏਜ ਲਰਨਡ ਐਟ ਅ ਹੋਮ ਔਰ ਐਟ ਦਾ ਸੋਸ਼ਲ ਐਟਮੋਸਫੇਅਰ। ਇਹ ਲੈਂਗੁਏਜ ਜ਼ਿਆਦਾਤਰ ਜੇ ਅਸੀਂ ਆਪਣੇ ਘਰ ਵਿੱਚ ਸਿੱਖਦੇ ਹਾਂ ਜਾਂ ਫਿਰ ਸੋਸ਼ਲ ਐਟਮੋਸਫੇਅਰ ਮਤਲਬ ਸਾਡਾ ਜਿਹੜਾ ਸਮਾਜ ਦਾ ਦਾਇਰਾ ਹੈ, ਆਸ ਪਾਸ ਆਂਢ ਗੁਆਂਢ ਰਿਸ਼ਤੇਦਾਰ ਵਗੈਰਾ, ਉੱਥੋਂ ਅਸੀਂ ਇਹ ਲੈਂਗੁਏਜ ਜਿਹੜੀ ਉਹ ਸਿੱਖਦੇ ਹਾਂ। ਇਟ ਇਜ਼ ਅ ਪਾਰਟ ਆਫ ਪਰਸਨਲ, ਸੋਸ਼ਲ ਐਂਡ ਕਲਚਰਲ ਆਈਡੈਂਟੀਟੀ। ਇਹਦੇ ਜਿਹੜੀ ਇਹ ਪਾਰਟ ਹੈ, ਕਿਸ ਚੀਜ਼ ਦਾ ਪਾਰਟ ਹੈ ਰਾਜੇ, ਸਾਡੀ ਪਰਸਨਲ ਆਈਡੈਂਟੀਟੀ ਲਈ ਕਿ ਤੁਹਾਨੂੰ ਪੰਜਾਬੀ ਬੋਲਦੇ ਦੇਖ ਕੇ ਕੋਈ ਵੀ ਤੁਹਾਨੂੰ ਆਈਡੈਂਟੀਫਾਈ ਕਰ ਲਏਗਾ ਕਿ ਹੀ ਔਰ ਸ਼ੀ ਇਜ਼ ਪੰਜਾਬੀ। ਐਂਡ ਸਾਡੀ ਸੋਸ਼ਲ ਆਈਡੈਂਟੀਟੀ ਹੈ, ਅਸੀਂ ਕਿਸ ਸਮਾਜ ਦੇ ਨਾਲ ਰਿਲੇਟਡ ਆ, ਇਹ ਵੀ ਸਾਡੀ ਪੰਜਾਬੀ ਲੈਂਗੁਏਜ ਤੋਂ ਭਲੀ ਭਾਂਤੀ ਪਤਾ ਲੱਗ ਜਾਊਗਾ। ਐਂਡ ਐਨੀਵਨ ਕੈਨ ਆਈਡੈਂਟੀਫਾਈ ਅਰ ਕਲਚਰ ਫਰੋਮ ਆਵਰ ਲੈਂਗੁਏਜ। ਸੋ ਸਾਡੀ ਕਲਚਰ ਦੀ ਆਈਡੈਂਟੀਟੀ ਹੈ, ਸਾਡੀ ਸੋਸ਼ਲ ਆਈਡੈਂਟੀਟੀ ਹੈ, ਸਾਡੀ ਪਰਸਨਲ ਆਈਡੈਂਟੀਟੀ ਹੁੰਦੀ ਹੈ। ਕੀ ਹੁੰਦੀ ਹੈ ਜੀ, ਫਸਟ ਲੈਂਗੁਏਜ। ਠੀਕ ਹੈ, ਦਿਸ ਲੈਂਗੁਏਜ ਇਜ਼ ਪਾਸਡ ਫਰੋਮ ਵਨ ਜਨਰੇਸ਼ਨ ਟੂ ਨੈਕਸਟ ਜਨਰੇਸ਼ਨ। ਇੱਕ ਜਨਰੇਸ਼ਨ ਤੋਂ ਜਿਹੜੀ ਹੈ ਉਹ ਦੂਜੀ ਜਨਰੇਸ਼ਨ ਤੱਕ ਜਾਂਦੀ ਹੈ। ਜਿਵੇਂ ਅਸੀਂ ਕਿਹਾ ਕਿ ਬੱਚਾ ਜਿਹੜਾ ਆਪਣੇ ਘਰ ਤੋਂ ਜਾਂ ਫਿਰ ਬੱਚਾ ਆਪਣੇ ਆਸ ਪਾਸ ਤੋਂ ਇਹ ਲੈਂਗੁਏਜ ਸਿੱਖਦਾ ਹੈ। ਜਿਵੇਂ ਤੁਸੀਂ ਓਬਜ਼ਰਵ ਕਰ ਰਹੇ ਹੋ ਕਿ ਇੱਕ ਛੋਟਾ ਬੱਚਾ ਹੈ, ਉਹ ਕੁਛ ਵਰਡਸ ਹੌਲੀ ਹੌਲੀ ਪ੍ਰੋਨਾਊਂਸ ਕਰਨੇ ਸ਼ੁਰੂ ਕਰਦਾ ਵਾ ਬਚਪਨ ਦੇ ਵਿੱਚ, ਪਾਪਾ ਮਾਮਾ ਵਗੈਰਾ। ਤਾਂ ਆਈਂ ਫਿਰ ਉਹ ਹੌਲੀ ਹੌਲੀ ਉਹਦੇ ਵਿੱਚ ਜਿਹੜੀ ਡਿਵੈਲਪਮੈਂਟ ਹੁੰਦੀ ਜਾਂਦੀ ਹੈ, ਇੰਪਰੂਵਮੈਂਟ ਹੁੰਦੀ ਜਾਂਦੀ ਹੈ, ਅਤੇ ਉਹਦਾ ਜਿਹੜਾ ਸ਼ਬਦਾਂ ਦਾ ਦਾਇਰਾ ਹੈ ਉਹ ਵੱਧਦਾ ਜਾਂਦਾ ਹੈ। ਠੀਕ ਹੈ, ਜਿਹੜੀ ਫਸਟ ਲੈਂਗੁਏਜ ਰਜੇ ਹੁੰਦੀ ਹੈ, ਇਹ ਜਿਹੜੀ ਮਤਲਬ ਪਾਸਟ ਫਰੋਮ ਵਨ ਜਨਰੇਸ਼ਨ ਟੂ ਦਾ ਨੈਕਸਟ ਜਨਰੇਸ਼ਨ। ਫਸਟ ਜਿਵੇਂ ਅਸੀਂ ਆਪਣੇ ਪੇਰੈਂਟਸ ਤੋਂ ਸਿੱਖੀ, ਸਾਡੇ ਪੇਰੈਂਟਸ ਨੇ ਅਗਾਂਹ ਫਰਦਰ ਆਪਣੇ ਪੇਰੈਂਟਸ ਤੋਂ ਸਿੱਖੀ ਹੋਊਗੀ, ਅਤੇ ਆਈਂ ਫਿਰ ਇਹ ਨੈਕਸਟ ਟੂ ਨੈਕਸਟ ਜਨਰੇਸ਼ਨ ਜਿਹੜੀ ਹੈ ਇਹ ਚਲਦੀ ਰਹਿੰਦੀ ਹੈ। ਸੋ ਐਵਰੀਥਿੰਗ ਇਜ਼ ਲਰਨਡ ਕੁਆਇਟ ਅਨਕੌਂਸ਼ੀਅਸਲੀ ਥਰੂ ਦਿਸ ਲੈਂਗੁਏਜ। ਸਭ ਕੁਛ ਅਸੀਂ ਅਨਕੌਂਸ਼ੀਅਸਲੀ ਹੁੰਦਾ ਹੈ ਕਿ ਅਣਜਾਣੇ ਵਿੱਚ। ਹੁਣ ਇੱਕ ਬੱਚਾ ਪਾ ਮਾਂ ਕਰਨਾ ਸਿੱਖਦਾ ਹੈ, ਜਾਂ ਅਸੀਂ ਉਹਨੂੰ ਬੋਲਣਾ ਸਿਖਾ ਰਹੇ ਹਾਂ ਕਿ ਬੋਲੋ ਪਾ ਮਾਂ ਮੰਮਾ ਬੋਲੋ, ਹੈ ਨਾ। ਤਾਂ ਮਤਲਬ ਅਸੀਂ ਉਹਨੂੰ ਕੋਈ ਫਾਰਮਲ ਟ੍ਰੇਨਿੰਗ ਨਹੀਂ ਦੇ ਰਹੇ, ਉਹ ਖੁਦ ਹੀ ਕਈ ਵਾਰ ਤਾਂ ਬੱਚਾ ਆਪਣੇ ਆਪ ਹੀ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ, ਜਿਵੇਂ ਜਿਵੇਂ ਉਹ ਗਰੋ ਹੁੰਦਾ ਹੈ, ਤਾਂ ਉਹ ਆਪਣੇ ਆਪ ਹੀ ਕੁਛ ਸ਼ਬਦ ਜਿਹੜੇ ਬੋਲਣੇ ਸ਼ੁਰੂ ਕਰਦਾ ਰਹਿੰਦਾ, ਉਹਨੂੰ ਕੋਈ ਟ੍ਰੇਨ ਨਹੀਂ ਕਰ ਰਿਹਾ। ਸੋ ਜਿਵੇਂ ਉਹ ਆਸੇ ਪਾਸੇ ਸੁਣਦਾ ਹੈ, ਹੌਲੀ ਹੌਲੀ ਉਹ ਇਮੀਟੇਸ਼ਨ ਦੇ ਨਾਲ ਆਪਣੀ ਕੁਛ ਸ਼ਬਦਾਂ ਦਾ ਉਚਾਰਨ ਕਰਦਾ ਰਹਿੰਦਾ ਹੈ। ਸੋ ਇਹ ਜਿਹੜੀ ਹੈ ਕਿਸੇ ਫਾਰਮਲ ਟ੍ਰੇਨਿੰਗ ਦੇ ਨਾਲ ਨਹੀਂ, ਅਨਕੌਂਸ਼ੀਅਸਲੀ ਅਸੀਂ ਇਹਨੂੰ ਸਿੱਖਦੇ ਹਾਂ। ਸੋ ਫਸਟ ਲੈਂਗੁਏਜ ਜਿਹੜੀ ਹੈ ਰਾਜੇ, ਇਟ ਇਜ਼ ਅ ਰੈਪਿਡ ਪ੍ਰੋਸੈਸ। ਬਹੁਤ ਹੀ ਜ਼ਿਆਦਾ ਇਹ ਜਿਹੜਾ ਰੈਪਿਡ ਪ੍ਰੋਸੈਸ ਹੁੰਦਾ ਇਨ ਦਾ ਸਪੈਨ ਆਫ ਜਸਟ ਅ ਫਿਊ ਈਅਰਸ। ਕੁਝ ਹੀ ਸਾਲਾਂ ਦੇ ਸਮੇਂ ਦੇ ਵਿੱਚ newborn infant who neither speak nor understand any language become young children who can
who can comment, question and express their ideas, views, thoughts and feelings in the language of their community। ਮਤਲਬ ਇਹੋ ਜਿਹਾ ਬੱਚਾ ਜਿਹਨੇ ਕੁਛ ਮਹੀਨੇ ਪਹਿਲਾਂ ਜਨਮ ਲਿਆ ਸੀ, ਜਿਹਨੂੰ ਇੱਕ ਸਿੰਗਲ ਵਰਡ ਵੀ ਯੂਜ਼ ਕਰਨਾ ਨਹੀਂ ਆਉਂਦਾ ਸੀ, he or she was unable to pronounce even a single word of any language। ਅਤੇ ਜਦੋਂ ਕੁਛ ਮਹੀਨਿਆਂ ਬਾਅਦ ਕੁਛ ਵੱਡਾ ਹੁੰਦਾ ਹੈ ਤਾਂ ਉਹ ਜਿਹੜਾ ਹੈ ਉਹ ਮਤਲਬ ਈਜ਼ੀਲੀ ਆਪਣੀ ਨੇਟਿਵ ਲੈਂਗੁਏਜ ਦੇ ਵਿੱਚ ਕਮੈਂਟਸ ਕਰ ਸਕਦਾ ਹੈ, ਕੁਐਸਚਨ ਕਰਦਾ ਹੈ, ਐਕਸਪ੍ਰੈਸ ਕਰਦਾ ਹੈ ਆਪਣੇ ਆਪ ਨੂੰ, ਆਪਣੇ ਆਈਡੀਆਜ਼ ਨੂੰ, ਆਪਣੇ ਵਿਊਜ਼ ਨੂੰ, ਆਪਣੀ ਥੋਟਸ ਨੂੰ, ਆਪਣੇ ਫੀਲਿੰਗਸ ਨੂੰ। ਠੀਕ ਹੈ। ਸੋ ਐਜ਼ ਦ ਵੋਕੈਬਲਰੀਜ਼ ਕੰਟੀਨਿਊ ਟੂ ਗਰੋ, ਚਿਲਡਰਨ ਸਟਾਰਟ ਟੂ ਕੰਬਾਈਨ ਵਰਡਸ। ਜਿਵੇਂ ਜਿਵੇਂ ਉਹਦੀ ਜਿਹੜੀ ਵੋਕੈਬਲਰੀ ਗਰੋ ਹੋ ਜਾਂਦੀ ਹੈ, ਉਹਦੇ ਸ਼ਬਦਾਂ ਦੇ ਵਿੱਚ ਵਾਧਾ ਹੁੰਦਾ ਹੈ, ਫਿਰ ਉਹ ਸ਼ਬਦਾਂ ਨੂੰ ਕੰਬਾਈਨ ਕਰਕੇ ਜਿਹੜਾ ਬੋਲਣਾ ਸ਼ੁਰੂ ਕਰਦਾ। ਸੋ ਐਜ਼ children master language, they also become master at using language to communicate। ਜਿਵੇਂ ਜਿਵੇਂ ਉਹ ਲੈਂਗੁਏਜ ਦੇ ਵਿੱਚ ਉਹਨਾਂ ਦੀ ਮਾਸਟਰੀ ਹੁੰਦੀ ਹੈ ਅਤੇ ਉਹ ਫਿਰ ਬੋਲਣ ਦੇ ਵਿੱਚ ਉਹਨਾਂ ਦਾ ਜਿਹੜੀ ਕਮਿਊਨੀਕੇਸ਼ਨ ਹੈ ਉਹ ਵੀ ਅੱਛੀ ਹੋ ਜਾਂਦੀ ਹੈ। So the term first language acquisition refers to children's natural acquisition of the language or language they hear from birth। ਉਹ ਲੈਂਗੁਏਜ ਨੂੰ ਅਸੀਂ ਫਸਟ ਲੈਂਗੁਏਜ ਦਾ ਨਾਮ ਦਿੰਦੇ ਹਾਂ, ਜਿਹੜੀ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਜਨਮ ਤੋਂ ਸੁਣਦੇ ਆ ਰਹੇ ਹਾਂ। ਇਹ ਨੈਚੁਰਲ ਵੇ ਦੇ ਵਿੱਚ ਆਪਣੇ ਆਪ ਬੱਚੇ ਦੇ ਵਿੱਚ ਜਿਹੜੀ ਇਹ ਆ ਜਾਂਦੀ ਹੈ। ਸੋ ਇਟ ਇਜ਼ ਡਿਸਟਿੰਗਿਸ਼ਡ ਫਰੋਮ ਸੈਕੰਡ ਲੈਂਗੁਏਜ ਐਕੁਜੀਸ਼ਨ। ਜੇ ਦੂਜੀ ਭਾਸ਼ਾ ਦੇ ਨਾਲ ਇਹਨੂੰ ਅਸੀਂ ਕੰਪੇਅਰ ਕਰੀਏ ਤਾਂ ਇਹ ਟੋਟਲੀ ਡਿਫਰੈਂਟ ਹੈ ਜੀ ਉਹਦੇ ਨਾਲੋਂ, ਬਿਕਾਜ਼ ਵਿੱਚ ਬਿਗਿਨਸ ਲੇਟਰ, ਜਿਹੜੀ ਬਾਅਦ ਵਿੱਚ ਇੱਕ ਤਾਂ ਸੈਕੰਡ ਲੈਂਗੁਏਜ ਬਾਅਦ 'ਚ ਸ਼ੁਰੂ ਹੁੰਦੀ ਹੈ, ਐਂਡ ਫਰੋਮ ਫੋਰਨ ਲੈਂਗੁਏਜ, ਫੋਰਨ ਲੈਂਗੁਏਜ ਤੋਂ ਵੀ ਵੱਖਰੀ ਹੁੰਦੀ ਹੈ ਇਹ, ਅਤੇ ਸੈਕੰਡ ਲੈਂਗੁਏਜ ਤੋਂ ਵੀ ਵੱਖਰੀ ਹੁੰਦੀ ਹੈ। ਸੋ ਇਹ ਸੀ ਰਾਜੇ ਫਸਟ ਲੈਂਗੁਏਜ ਦੀ ਗੱਲ। ਤਾਂ ਕੀ ਅਸੀਂ ਫਿਰ ਸਿੱਖਿਆ ਇਸ ਪੁਆਇੰਟ ਤੋਂ ਕਿ ਫਸਟ ਲੈਂਗੁਏਜ ਕਿਹੜੀ ਲੈਂਗੁਏਜ ਹੁੰਦੀ ਹੈ ਜਿਹੜੀ ਅਸੀਂ ਆਪਣੇ ਸੋਸ਼ਲ ਇਨਵਾਇਰਮੈਂਟ ਵਿੱਚ, ਆਪਣੇ ਘਰ ਤੋਂ, ਆਪਣੇ ਪੇਰੈਂਟਸ ਤੋਂ, ਆਪਣੇ ਬ੍ਰਦਰ ਸਿਸਟਰਸ ਤੋਂ ਸਿੱਖਦੇ ਹਾਂ। ਸਾਡੇ ਬਰਥ ਤੋਂ ਹੀ ਅਸੀਂ ਇਸ ਚੀਜ਼ ਨੂੰ ਸਿੱਖਣਾ ਸ਼ੁਰੂ ਕਰ ਦਿੰਦੇ ਹਾਂ। ਸਾਡੀ ਮਾਂ ਬੋਲੀ, ਸਾਡੀ ਮਦਰ ਟੰਗ, ਸਾਡੀ ਨੇਟਿਵ ਲੈਂਗੁਏਜ ਨੂੰ ਅਸੀਂ ਫਸਟ ਲੈਂਗੁਏਜ ਦਾ ਨਾਮ ਦਿੰਦੇ ਹਾਂ। ਅਤੇ ਜੇ ਗੱਲ ਕਰੀਏ ਐਜ਼ ਵੀ ਆਰ ਪੰਜਾਬੀ ਐਂਡ ਆਵਰ ਮਦਰ ਟੰਗ ਔਰ ਨੇਟਿਵ ਲੈਂਗੁਏਜ ਇਜ਼ ਪੰਜਾਬੀ। ਸੋ ਨਾਓ ਕਮ ਟੂ ਦ ਸੈਕੰਡ ਲੈਂਗੁਏਜ। ਦੂਜੀ ਭਾਸ਼ਾ ਕਿਹੜੀ ਹੁੰਦੀ ਹੈ? ਤੁਸੀਂ ਕਿਤਾਬ ਖਰੀਦਦੇ ਹੋ, ਕਈ ਵਾਰ ਧਿਆਨ ਨਾਲ ਦੇਖੋ ਉੱਥੇ ਲਿਖਿਆ ਹੁੰਦਾ ਹੈ ਕਿ ਪੰਜਾਬੀ ਪਹਿਲੀ ਭਾਸ਼ਾ ਜਾਂ ਫਿਰ ਪੰਜਾਬੀ ਦੂਜੀ ਭਾਸ਼ਾ, ਐਂ ਫਿਰ ਹਿੰਦੀ ਨੂੰ ਲਿਖਿਆ ਹੁੰਦਾ ਪਹਿਲੀ ਭਾਸ਼ਾ ਦੂਜੀ ਭਾਸ਼ਾ। ਉਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਫਸਟ ਲੈਂਗੁਏਜ ਕੀ ਹੈ ਅਤੇ ਤੁਹਾਡੀ ਸੈਕੰਡ ਲੈਂਗੁਏਜ ਕੀ ਹੈ। ਸੋ ਗੱਲ ਕਰਨ ਲੱਗੇ ਜੀ ਸੈਕੰਡ ਲੈਂਗੁਏਜ ਦੀ। ਸੈਕੰਡ ਲੈਂਗੁਏਜ ਇਜ਼ ਦ ਲੈਂਗੁਏਜ ਵਿਚ ਯੂਜ਼ਡ ਵਿਦ ਮਦਰ ਟੰਗ ਔਰ ਫਸਟ ਲੈਂਗੁਏਜ। ਮਤਲਬ ਜਦੋਂ ਅਸੀਂ ਆਪਣੀ ਮਦਰ ਟੰਗ ਸਿੱਖ ਲੈਂਦੇ ਹਾਂ, ਫਸਟ ਲੈਂਗੁਏਜ ਸਿੱਖ ਲੈਂਦੇ ਹਾਂ, ਉਹਦੀ ਹੈਲਪ ਦੇ ਨਾਲ ਫਿਰ ਅਸੀਂ ਸੈਕੰਡ ਲੈਂਗੁਏਜ ਸਿੱਖਦੇ ਹਾਂ। ਇਟ ਇਜ਼ ਅ ਲੈਂਗੁਏਜ ਅਦਰ ਦੈਨ ਦਾ ਮਦਰ ਟੰਗ ਦੈਟ ਅ ਪਰਸਨ ਔਰ ਕਮਿਊਨਿਟੀ ਯੂਜ਼ਸ ਫॉर ਪਬਲਿਕ ਕਮਿਊਨੀਕੇਸ਼ਨ। ਇਹ ਉਹ ਭਾਸ਼ਾ ਹੁੰਦੀ ਹੈ, ਕਿਹੜੀ ਭਾਸ਼ਾ ਦੀ ਅਸੀਂ ਹੁਣ ਗੱਲ ਕਰ ਰਹੇ ਹਾਂ? ਸੈਕੰਡ ਲੈਂਗੁਏਜ ਦੀ, ਯਾਨੀ ਕਿ ਦੂਜੀ ਭਾਸ਼ਾ ਦੀ। ਇਹ ਉਹ ਭਾਸ਼ਾ ਹੁੰਦੀ ਹੈ ਰਾਜੇ ਜਿਹੜੀ ਸਾਡੀ ਮਦਰ ਟੰਗ ਤੋਂ ਅਲੱਗ ਹੁੰਦੀ ਹੈ, ਜਿਹੜੀ ਅਸੀਂ ਪਬਲਿਕ ਕਮਿਊਨੀਕੇਸ਼ਨ ਦੇ ਲਈ ਯੂਜ਼ ਕਰਦੇ ਹਾਂ। ਪਬਲਿਕ ਕਮਿਊਨੀਕੇਸ਼ਨ ਲਾਈਕ ਜਿਹੜੀ ਪੰਜਾਬੀ ਲੈਂਗੁਏਜ ਹੈ, ਜਿਹੜੀ ਸਾਡੀ ਫਸਟ ਲੈਂਗੁਏਜ ਸੀ, ਮਦਰ ਟੰਗ ਸੀ, ਉਹ ਅਸੀਂ ਸਿਰਫ ਆਪਣੀ ਕਮਿਊਨਿਟੀ ਦੇ ਵਿੱਚ ਹੀ ਬੋਲ ਸਕਦੇ ਹਾਂ। ਜਿਹੜੀ ਪੰਜਾਬੀ ਕਮਿਊਨਿਟੀ ਹੋਏਗੀ ਉਹੀ ਸਾਡੀ ਉਹ ਲੈਂਗੁਏਜ ਨੂੰ ਸਮਝ ਸਕੇਗੀ। ਬਟ ਇਫ ਵੀ ਟੋਕ ਟੂ ਅ ਪਰਸਨ who is not Punjabi, who's from other states, for that we need ਹਿੰਦੀ ਔਰ ਸੈਕੰਡ ਲੈਂਗੁਏਜ। ਸਾਨੂੰ ਉਹਦੇ ਲਈ ਫਿਰ ਹਿੰਦੀ ਦੀ ਲੋੜ ਪਏਗੀ। ਤੁਸੀਂ ਕਿਸੇ ਗੁਜਰਾਤ ਦੇ ਪਰਸਨ ਦੇ ਨਾਲ ਗੱਲ ਕਰਨਾ ਚਾਹੁੰਦੇ ਹੋ, ਉਹਨੂੰ ਪੰਜਾਬੀ ਨਹੀਂ ਆਉਂਦੀ ਹੋਏਗੀ ਅਤੇ ਤੁਹਾਨੂੰ ਗੁਜਰਾਤੀ ਨਹੀਂ ਆਉਂਦੀ ਹੋਏਗੀ, ਐਂਡ ਇਨ ਦੈਟ ਸਿਚੁਏਸ਼ਨ ਯੂ ਹੈਵ ਟੂ ਸਪੀਕ ਇਨ ਹਿੰਦੀ, ਬਿਕੋਜ਼ ਹਿੰਦੀ ਜਿਹੜੀ ਹੈ ਉਹਦੀ ਵੀ ਸੈਕੰਡ ਲੈਂਗੁਏਜ ਹੋਏਗੀ, ਤੁਹਾਡੀ ਵੀ, ਅਤੇ ਬੋਥ ਦ ਪਰਸਨ ਕੈਨ ਸਪੀਕ ਹਿੰਦੀ ਬਿਕੋਜ਼ ਇਟ ਇਜ਼ ਨੈਸ਼ਨਲ ਲੈਂਗੁਏਜ। ਸੋ acquisition and learning of second language is done when the first language is established in the mind of the child। ਸੈਕੰਡ ਲੈਂਗੁਏਜ ਰਾਜੇ ਸਿਰਫ ਉਦੋਂ ਹੀ ਸਿੱਖੀ ਜਾ ਸਕਦੀ ਹੈ ਜਦੋਂ ਫਸਟ ਲੈਂਗੁਏਜ ਤੁਹਾਡੇ ਮਾਈਂਡ ਦੇ ਵਿੱਚ ਇਸਟੈਬਲਿਸ਼ਡ ਹੋ ਜਾਂਦੀ ਹੈ। ਕਿਉਂਕਿ ਫਸਟ ਲੈਂਗੁਏਜ ਸਿੱਖਣ ਦੇ ਲਈ ਸਾਨੂੰ ਕਿਸੇ ਕਾਪੀ ਪੈਨ ਸਲੇਟ ਦੀ ਲੋੜ ਨਹੀਂ ਪਈ ਸੀ, ਸਾਨੂੰ ਕੋਈ ਲੈਟਰਸ ਨਹੀਂ ਸਿੱਖਣੇ ਪਏ ਸੀ, ਸਾਨੂੰ ਕੋਈ ਵਰਡ ਨਹੀਂ ਸਿੱਖਣੇ ਪਏ ਸੀ ਰਿਟਨ ਫੋਰਮ ਦੇ ਵਿੱਚ, ਜਾਂ ਫਿਰ ਸੈਂਟੈਂਸ ਬਣਾਉਣ ਦਾ ਕੋਈ ਪੈਟਰਨ ਨਹੀਂ ਸੀ ਸਿੱਖਿਆ। ਉਹ ਨੈਚੁਰਲ ਵੇ ਦੇ ਵਿੱਚ ਆਪਣੇ ਆਪ ਹੀ ਸਾਨੂੰ ਆ ਗਈ ਸੀ। ਬਟ ਇਹਨੂੰ ਸਾਨੂੰ ਇੱਕ ਸੈਟਿੰਗ ਦੇ ਅੰਡਰ ਸਿੱਖਣਾ ਪੈਂਦਾ ਹੈ। ਫਸਟ ਲੈਂਗੁਏਜ ਦੀ ਹੈਲਪ ਦੇ ਨਾਲ ਨਾਲ, ਟਰਾਂਸਲੇਸ਼ਨ ਦੇ ਨਾਲ ਅਸੀਂ ਸੈਕੰਡ ਲੈਂਗੁਏਜ ਸਿੱਖ ਸਕਦੇ ਹਾਂ। ਸੋ ਦਿਸ ਲੈਂਗੁਏਜ ਇਜ਼ ਲਰਨਡ ਵੈਨ ਦ ਚਾਈਲਡ starts going to school।
ਤੇ ਜਨਰਲੀ ਅਸੀਂ ਸੈਕੰਡ ਲੈਂਗੁਏਜ ਕਦੋਂ ਸਿੱਖਦੇ ਹਾਂ? ਜਦੋਂ ਅਸੀਂ ਸਕੂਲ ਜਾਣਾ ਸ਼ੁਰੂ ਕਰਦੇ ਹਾਂ। ਤੁਸੀਂ ਆਪਣੇ ਆਪ ਹੀ ਦੇਖੋ, ਅਸੀਂ ਘਰ ਦੇ ਵਿੱਚ ਕਦੀ ਵੀ ਹਿੰਦੀ ਨਹੀਂ ਬੋਲਦੇ। ਜਦੋਂ ਅਸੀਂ ਸਕੂਲ ਜਾਂਦੇ ਹਾਂ ਤਾਂ ਫਿਰ ਉੱਥੇ ਜਾ ਕੇ ਜਦੋਂ ਵੀ ਸਿਲੇਬਸ ਦੇ ਵਿੱਚ ਹਿੰਦੀ ਐਂਟਰ ਹੁੰਦੀ ਹੈ ਤਾਂ ਜਾ ਕੇ ਫਿਰ ਉਦੋਂ ਅਸੀਂ ਹਿੰਦੀ ਪੜ੍ਹਨੀ ਸ਼ੁਰੂ ਕਰਦੇ ਹਾਂ। ਸੋ ਦਿਸ ਲੈਂਗੁਏਜ ਇਜ਼ ਐਕਵਾਇਰਡ by the child at any time after a child has developed language skills। ਕਦੇ ਵੀ ਸਿੱਖੀ ਜਾ ਸਕਦੀ ਹੈ ਜਦੋਂ ਇੱਕ ਬੱਚੇ ਦੇ ਵਿੱਚ ਇੱਕ ਲਿੰਗੁਇਸਟਿਕ ਸਕਿੱਲ ਜਿਹੜੇ ਆ ਉਹ ਡਿਵੈਲਪ ਹੋ ਜਾਂਦੇ ਆ। ਸਟੂਡੈਂਟਸ ਲਰਨਿੰਗ ਅ ਸੈਕੰਡ ਲੈਂਗੁਏਜ ਮੂਵ ਥਰੂ 5 ਪ੍ਰੀਡਿਕਟੇਬਲ ਸਟੇਜਸ। ਜੇ ਸੈਕੰਡ ਲੈਂਗੁਏਜ ਨੂੰ ਸਿੱਖਣ ਦੀਆਂ ਕੁਛ ਨਾ 5 ਜਿਹੜੀਆਂ ਪ੍ਰੀਡਿਕਟੇਬਲ ਸਟੇਜਸ ਨੇ, ਮਤਲਬ ਫਿਕਸ ਨਹੀਂ ਗੀਆਂ, ਸੈੱਟ ਨਹੀਂ ਗੀਆਂ, ਇੱਕ ਸਿਰਫ ਇੱਕ ਐਜੰਪਸ਼ਨਸ ਹੈ, ਮੰਨਿਆ ਗਿਆ ਵਾ ਕਿ ਜੇ ਤੁਸੀਂ ਸੈਕੰਡ ਲੈਂਗੁਏਜ ਸਿੱਖਦੇ ਹੋ ਤਾਂ ਤੁਹਾਨੂੰ ਇਹਨਾਂ 5 ਪ੍ਰੈਡਿਕਟੇਬਲ ਸਟੇਜਸ ਦੇ ਵਿੱਚੋਂ ਨਿਕਲਣਾ ਪੈਂਦਾ ਹੈ। ਦ ਵੈਰੀ ਫਸਟ ਇਜ਼ ਪ੍ਰੀ ਪ੍ਰੋਡਕਸ਼ਨ। ਪ੍ਰੀ ਪ੍ਰੋਡਕਸ਼ਨ ਦਾ ਮਤਲਬ ਹੈ ਕਿ ਪ੍ਰੋਡਕਸ਼ਨ ਤੋਂ ਪਹਿਲਾਂ ਦੀ ਪੋਜੀਸ਼ਨ, ਮਤਲਬ ਬੋਲੇ ਜਾਣ ਤੋਂ ਪਹਿਲਾਂ। ਦੈਨ ਹੈ ਅਰਲੀ ਪ੍ਰੋਡਕਸ਼ਨ। ਅਰਲੀ ਪ੍ਰੋਡਕਸ਼ਨ ਮੀਨਸ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਬੋਲਣਾ ਸ਼ੁਰੂ ਕਰਦੇ ਹਾਂ। ਦੈਨ ਥਰਡ ਹੈ ਸਪੀਚ ਐਮਰਜੈਂਸੀ। ਅਤੇ ਸਪੀਚ ਐਮਰਜੈਂਸੀ ਜਦੋਂ ਅਸੀਂ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਇੰਟਰਮੀਡੀਏਟ ਫਲੂਐਂਸੀ, ਕਿ ਸਾਡੀ ਵਿਚਕਾਰ ਜੇ ਜਾ ਕੇ ਕਿੰਨੀ ਕੁ ਫਲੂਐਂਸੀ ਬਣ ਗਈ ਹੈ ਸੈਕੰਡ ਲੈਂਗੁਏਜ ਦੇ ਵਿੱਚ। ਅਤੇ ਲਾਸਟ 'ਤੇ ਆ ਜਾਂਦੀ ਜੀ ਐਡਵਾਂਸਡ ਫਲੂਐਂਸੀ, ਵੀ ਲਾਸਟ 'ਤੇ ਤੁਸੀਂ ਕਿੰਨੇ ਕੁ ਫਲੋ ਦੇ ਨਾਲ ਉਸ ਲੈਂਗੁਏਜ ਨੂੰ ਬੋਲ ਸਕਦੇ ਹੋ। ਸੋ ਹਾਊ ਕੁਇਕਲੀ ਸਟੂਡੈਂਟਸ ਪ੍ਰੋਗਰੈਸ ਥਰੂ ਦ ਸਟੇਜਸ ਡਿਪੈਂਡ ਔਨ ਮੈਨੀ ਫੈਕਟਰਸ। ਵੀ ਤੁਸੀਂ ਇਹਨਾਂ ਸਟੇਜਸ ਵਿੱਚੋਂ ਕਿੰਨੀ ਜਲਦੀ ਨਾਲ ਅੱਗੇ ਨਿਕਲਦੇ ਹੋ। ਤੁਸੀਂ ਪ੍ਰੀ ਪ੍ਰੋਡਕਸ਼ਨ 'ਤੇ ਅਟਕੇ ਪਏ ਹੋ ਜਾਂ ਫਿਰ ਤੁਸੀਂ ਜਲਦੀ ਅਰਲੀ ਪ੍ਰੋਡਕਸ਼ਨ 'ਤੇ ਆ ਗਏ। ਦੈਨ ਸਪੀਚ ਐਮਰਜੈਂਸੀ ਤੁਹਾਡੀ ਅੱਛੀ ਹੋ ਗਈ, ਫਿਰ ਤੁਹਾਡੀ ਇੰਟਰਮੀਡੀਏਟ ਫਲੂਐਂਸੀ ਵਧੀਆ ਹੋ ਗਈ, ਅਤੇ ਲਾਸਟ 'ਤੇ ਤੁਹਾਡੀ ਐਡਵਾਂਸਡ ਫਲੂਐਂਸੀ, ਮਤਲਬ ਜਦੋਂ ਤੁਸੀਂ ਪਰਫੈਕਸ਼ਨ ਹਾਸਲ ਕਰ ਲੈਂਦੇ ਹੋ। ਇਹ ਜਿਹੜੀਆਂ 5 ਸਟੇਜਾਂ ਨੇ ਰਾਜੇ, ਥੀਸ 5 ਸਟੇਜਸ ਆਰ ਫਰਦਰ ਡਿਪੈਂਡਸ ਔਨ ਮੈਨੀ ਫੈਕਟਰਸ। ਕਿੰਨਾ ਫੈਕਟਰਸ 'ਤੇ ਡਿਪੈਂਡ ਕਰਦੀਆਂ ਨੇ, ਇਨਕਲੂਡਿੰਗ ਲੈਵਲ ਆਫ ਫਾਰਮਲ ਐਜੂਕੇਸ਼ਨ। ਤੁਹਾਡੇ ਫਾਰਮਲ ਐਜੂਕੇਸ਼ਨ ਦਾ ਲੈਵਲ ਕੀ ਹੈ, ਤੁਸੀਂ ਸਕੂਲ ਤੋਂ ਜਾ ਕੇ ਸੈਕੰਡ ਲੈਂਗੁਏਜ ਸਿੱਖ ਰਹੇ ਹੋ ਜਾਂ ਫਿਰ ਵੈਸੇ ਹੀ ਤੁਸੀਂ ਕਿਸੇ ਹੋਰ ਸੋਸ਼ਲ ਸੈਟਅਪ ਵਿੱਚ ਜਾਂ ਘਰ ਵਿੱਚ ਹੀ ਸਿੱਖ ਰਹੇ ਹੋ। ਇਹ ਚੀਜ਼ ਦਾ ਵੀ ਬਹੁਤ ਅਸਰ ਪੈਂਦਾ ਹੈ। ਦੂਜੀ ਗੱਲ ਹੈ ਜੀ ਫੈਮਿਲੀ ਬੈਕਗਰਾਊਂਡ। ਕਈ ਵਾਰ ਸਾਡਾ ਜਿਹੜਾ ਫੈਮਿਲੀ ਬੈਕਗਰਾਊਂਡ ਆ ਉਹ ਹਿੰਦੀ ਲੈਂਗੁਏਜ ਦੇ ਨਾਲ ਰਿਲੇਟਡ ਹੁੰਦਾ ਹੈ। ਮਤਲਬ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਏਰੀਆਜ਼ ਨੇ, ਫੈਮਲੀਜ਼ ਨੇ ਜਿੱਥੇ ਹਿੰਦੀ ਬੋਲੀ ਜਾਂਦੀ ਹੈ। ਅਤੇ ਜੇਕਰ ਆਲਰੇਡੀ ਤੁਹਾਡੇ ਘਰ ਦੇ ਵਿੱਚ ਪੰਜਾਬੀ ਦੇ ਨਾਲ ਹਿੰਦੀ ਵੀ ਬੋਲੀ ਜਾਂਦੀ ਸੀ, ਤੁਹਾਡਾ ਫੈਮਿਲੀ ਬੈਕਗਰਾਊਂਡ ਹਿੰਦੀ ਲੈਂਗੁਏਜ ਨੂੰ ਯੂਜ਼ ਕਰਦਾ ਸੀ, ਤਾਂ ਉਹ ਵੀ ਇੱਕ ਤੁਹਾਡਾ ਪਲੱਸ ਪੁਆਇੰਟ ਹੋ ਜਾਏਗਾ। ਤੁਹਾਡੀ ਜਿਹੜੀ ਹੈ ਉਹ ਜਲਦੀ ਤੁਸੀਂ ਇਹਨਾਂ ਸਟੇਜਸ ਨੂੰ ਕਵਰ ਕਰ ਲਓਗੇ ਜੇ ਤੁਹਾਡੀ ਆਲਰੇਡੀ ਹਿੰਦੀ ਦੇ ਨਾਲ ਟੱਚ ਰਿਹਾ ਹੈ। ਐਂਡ ਲੈਂਥ ਆਫ ਟਾਈਮ ਸਪੈਂਟ ਇਨ ਦ ਕੰਟਰੀ, ਕਿ ਤੁਸੀਂ ਉਸ ਕੰਟਰੀ ਦੇ ਵਿੱਚ ਕਿੰਨਾ ਸਮਾਂ ਬਿਤਾਇਆ ਹੈ। ਮੰਨ ਲਓ ਇੱਕ ਬੰਦਾ ਇੰਡੀਆ ਦੇ ਵਿੱਚ ਨਾ ਰਹਿ ਕੇ ਕਿਸੇ ਫੋਰਨ ਕੰਟਰੀ ਦੇ ਵਿੱਚ ਰਹਿ ਰਿਹਾ ਹੈ, ਤਾਂ ਅੰਡਰਸਟੂਡ ਹੈ ਕਿ ਹੀ ਵਿਲ ਬੀ ਟੋਟਲ ਅਨਅਵੇਅਰ ਅਬਾਊਟ ਦ ਫਸਟ ਔਰ ਸੈਕੰਡ ਲੈਂਗੁਏਜ। ਠੀਕ ਹੈ, ਉਹ ਅਲੱਗ ਗੱਲ ਹੈ ਕਿ ਉਹਦੇ ਪੈਰੈਂਟਸ ਉਹਨੂੰ ਇਸ ਚੀਜ਼ ਤੋਂ ਅਵੇਅਰ ਕਰ ਸਕਦੇ ਨੇ ਕਿ ਇੰਡੀਆ ਦੇ ਵਿੱਚ ਸਾਡੀ ਜਿਹੜੀ ਮਦਰ ਟੰਗ ਹੈ ਉਹ ਪੰਜਾਬੀ ਹੈ ਅਤੇ ਜਿਹੜੀ ਸਾਡੀ ਸੈਕੰਡ ਲੈਂਗੁਏਜ ਹੈ ਹਿੰਦੀ ਹੈ। ਬਟ ਉਹ ਗੱਲ ਨਹੀਂ ਬਣਦੀ, ਬਿਕਾਜ਼ ਉਹ ਇੰਡੀਅਨ ਇਨਵਾਇਰਮੈਂਟ ਦੇ ਵਿੱਚ ਬੱਚਾ ਜਿਹੜਾ ਉਹ ਨਹੀਂ ਰਹਿ ਰਿਹਾ। ਸੋ ਇਹ ਵੀ ਇੱਕ ਫੈਕਟਰ ਹੈ ਕਿ ਜੇ ਤੁਸੀਂ ਉਸ ਕੰਟਰੀ ਦੇ ਵਿੱਚ ਕਿੰਨਾ ਸਮਾਂ ਰਹੇ ਹੋ, ਕਿੰਨਾ ਸਮਾਂ ਸਪੈਂਡ ਕੀਤਾ ਹੈ। ਸੋ ਦ ਪਾਪੂਲਰ ਮੈਥਡੋਲੋਜੀ ਫॉर ਲਰਨਿੰਗ ਅ ਸੈਕੰਡ ਲੈਂਗੁਏਜ ਇਜ਼ ਟੂ ਫੋਕਸ ਔਨ ਗ੍ਰਾਮਰ ਐਂਡ ਸੈਂਟੈਂਸਿਸ ਫਸਟ ਐਂਡ ਦੈਨ ਔਨ ਵੋਕੈਬਲਰੀ। ਸਭ ਤੋਂ ਵਧੀਆ ਇਹ ਪੁਆਇੰਟ ਜਿਹੜਾ ਇਹ ਅੰਡਰਲਾਈਨ ਕਰ ਲਿਓ, ਲਿਖ ਲਿਓ ਰਾਜੇ, ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਕਿ ਜਿਹੜੀ ਪਾਪੂਲਰ ਮੈਥਡੋਲੋਜੀ ਆ ਦੂਜੀ ਭਾਸ਼ਾ ਨੂੰ ਸਿੱਖਣ ਦੀ, ਉਹ ਹੈ ਕਿ ਗ੍ਰਾਮਰ ਅਤੇ ਸੈਂਟੈਂਸਸ ਦੇ ਉੱਤੇ ਪਹਿਲਾਂ ਤੁਸੀਂ ਫੋਕਸ ਕਰਨਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਵੋਕੈਬਲਰੀ 'ਤੇ ਕਰਨਾ ਹੈ। ਮਤਲਬ ਜਿਹੜੀ ਉਹਦਾ ਸੈਂਟੈਂਸ ਪੈਟਰਨ ਕੀ ਹੈ, ਇਹ ਚੀਜ਼ ਜ਼ਿਆਦਾ ਜ਼ਰੂਰੀ ਹੈ ਸਿੱਖਣੀ। ਉਸ ਤੋਂ ਬਾਅਦ ਫਿਰ ਤੁਸੀਂ ਉਹਦੀ ਜਿਹੜੀ ਹੈ ਵੋਕੈਬਲਰੀ 'ਤੇ ਧਿਆਨ ਦੇਣਾ ਹੈ, ਮਤਲਬ ਸ਼ਬਦਾਂ ਦੇ ਉੱਤੇ ਤੁਸੀਂ ਕੰਮ ਕਰਨਾ ਹੈ। ਸੋ ਇਹ ਸੀ ਰਾਜੇ ਸੈਕੰਡ ਲੈਂਗੁਏਜ ਦੀ ਗੱਲ। ਆਈ ਹੋਪ ਕਿ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਵੇਗੀ। ਅਤੇ ਲਾਸਟ ਹੈ ਰਾਜੇ ਫੋਰਨ ਲੈਂਗੁਏਜ, ਵਿਦੇਸ਼ੀ ਭਾਸ਼ਾ। ਰਾਜੇ ਬਿਫੋਰ ਸਟਾਰਟਿੰਗ ਟੂ ਐਕਸਪਲੇਨ ਦਿਸ ਟੋਪਿਕ, ਦਿਸ ਪੁਆਇੰਟ, ਮੈਂ ਇੱਥੇ ਇੱਕ ਚੀਜ਼ ਜ਼ਰੂਰ ਕਲੀਅਰ ਕਰਨਾ ਚਾਹੂੰਗਾ ਕਿ ਵੈਨ ਐਵਰ ਵੀ ਟੋਕ ਅਬਾਊਟ ਅ ਫੋਰਨ ਲੈਂਗੁਏਜ,
The only language that comes to our mind is English, but it is not true. All other languages which are not spoken in India are called foreign language. ਕੋਈ ਵੀ ਉਹ ਭਾਸ਼ਾ ਜਿਹੜੀ ਇੰਡੀਆ ਦੇ ਵਿੱਚ ਨਹੀਂ ਬੋਲੀ ਜਾਂਦੀ ਉਹਨੂੰ ਅਸੀਂ ਵਿਦੇਸ਼ੀ ਭਾਸ਼ਾ ਹੀ ਕਹਾਂਗੇ। ਸਿਰਫ ਇੰਗਲਿਸ਼ ਹੀ ਵਿਦੇਸ਼ੀ ਭਾਸ਼ਾ ਨਹੀਂ ਹੈ। ਸਾਰੀਆਂ ਭਾਸ਼ਾਵਾਂ ਜਿਹੜੀਆਂ ਇੰਡੀਆ ਦੇ ਵਿੱਚ ਨਹੀਂ ਬੋਲੀਆਂ ਜਾਂਦੀਆਂ ਲਾਈਕ ਸਪੈਨਿਸ਼, ਚਾਈਨੀਜ਼, ਫਰੈਂਚ, ਕੋਈ ਵੀ ਤੁਸੀਂ ਲੈ ਸਕਦੇ ਹੋ ਇੰਗਲਿਸ਼, ਉਹ ਸਾਰੀਆਂ ਜਰਮਨ ਹੋ ਗਈ, ਇਹ ਸਾਰੀਆਂ ਲੈਂਗੁਏਜ ਜਿਹੜੀਆਂ ਇਹ ਫੋਰਨ ਲੈਂਗੁਏਜ। ਸੋ ਇਹ ਮਾਈਂਡ ਦੇ ਵਿੱਚੋਂ ਆਪਣੇ ਕੱਢ ਦਿਓ ਕਿ ਸਿਰਫ ਇੰਗਲਿਸ਼ ਹੀ ਫੋਰਨ ਲੈਂਗੁਏਜ ਹੁੰਦੀ ਹੈ, ਕਿਉਂਕਿ ਅਸੀਂ ਜਰਨਲੀ ਇੰਗਲਿਸ਼ ਜ਼ਿਆਦਾ ਸਿੱਖਦੇ ਹਾਂ, ਆਇਲਸ ਕਰਦੇ ਹਾਂ, ਬਾਹਰ ਜਾਣਾ ਵਾ। ਸੋ ਦੈਟਸ ਵਾਈ ਜਿਹੜੀ ਇੰਗਲਿਸ਼ ਹੈ ਇਹੀ ਸਾਡੇ ਮਾਈਂਡ ਦੇ ਵਿੱਚ ਘੁੰਮਦੀ ਰਹਿੰਦੀ ਹੈ ਕਿ ਫੋਰਨ ਲੈਂਗੁਏਜ ਹੈ। ਨੋ, it is not only the foreign language, there are some other languages also which are not spoken in India. So ਸ਼ੁਰੂ ਕਰਦੇ ਹਾਂ ਜੀ ਫੋਰਨ ਲੈਂਗੁਏਜ ਬਾਰੇ ਦਾ ਟੋਪਿਕ। ਫੋਰਨ ਲੈਂਗੁਏਜ ਕੀ ਹੁੰਦੀ ਹੈ ਰਾਜੇ? ਫੋਰਨ ਲੈਂਗੁਏਜ ਇਜ਼ ਐਨੀ ਲੈਂਗੁਏਜ ਦੈਟ ਇਜ਼ ਨੋਟ ਨੇਟਿਵ ਟੂ ਅ ਪਰਟੀਕੂਲਰ ਰੀਜਨ ਔਰ ਪਰਸਨ। ਮਤਲਬ ਜਿਹੜੀ ਸਾਡੇ ਖਿੱਤੇ ਦੀ ਭਾਸ਼ਾ ਨਹੀਂ, ਸਾਡੇ ਖੇਤਰ ਦੀ ਭਾਸ਼ਾ ਨਹੀਂ, ਸਾਡੇ ਕਿਸੇ ਪਰਸਨ ਜਾਂ ਕਿਸੇ ਪਰਟੀਕੂਲਰ ਰੀਜਨ ਦੀ ਜਿਹੜੀ ਭਾਸ਼ਾ ਨਹੀਂ ਹੁੰਦੀ ਉਹਨੂੰ ਕਹਿੰਦੇ ਆ ਜੀ ਫੋਰਨ ਲੈਂਗੁਏਜ। ਲਰਨਿੰਗ ਆਫ ਅ ਫੋਰਨ ਲੈਂਗੁਏਜ ਇਜ਼ ਐਨ ਆਰਟੀਫਿਸ਼ੀਅਲ ਪ੍ਰੋਸੈਸ। ਇਹਨੂੰ ਅਸੀਂ ਆਰਟੀਫਿਸ਼ੀਅਲ ਪ੍ਰੋਸੈਸ ਦੇ ਰਾਹੀਂ ਸਿੱਖਦੇ ਹਾਂ, ਮਤਲਬ ਨੈਚੁਰਲ ਵੇ ਦੇ ਨਾਲ ਨਹੀਂ ਸਿੱਖਦੇ। ਸਾਨੂੰ ਉਹਦੇ ਸਾਰੇ ਰੂਲਸ ਮਤਲਬ ਰੱਟੇ ਮਾਰ ਕੇ ਆਰਟੀਫਿਸ਼ੀਅਲ ਵੇ ਦੇ ਵਿੱਚ ਸਿੱਖਣੇ ਪੈਂਦੇ ਆ। So the native language or mother tongue is learnt naturally, ਠੀਕ ਹੈ। ਜਦੋਂ ਅਸੀਂ ਮਦਰ ਟੰਗ ਜਾਂ ਫਿਰ ਨੇਟਿਵ ਲੈਂਗੁਏਜ ਸਿੱਖੀ ਸੀ ਆਪਣੀ, ਉਹ ਅਸੀਂ ਨੈਚੁਰਲ ਵੇ ਦੇ ਵਿੱਚ ਸਿੱਖੀ ਸੀ। ਬਟ ਅ ਫੋਰਨ ਲੈਂਗੁਏਜ ਇਜ਼ ਲਰਨਡ ਥਰੂ ਫੋਰਮਲ ਇੰਸਟਰਕਸ਼ਨਸ। ਪਰ ਇਹਦੇ ਲਈ ਸਾਨੂੰ ਫੋਰਮਲ ਇੰਸਟਰਕਸ਼ਨਸ ਨੂੰ ਫੋਲੋ ਕਰਨਾ ਪੈਂਦਾ ਹੈ। ਦੈਨ ਵੀ ਕੈਨ ਲਰਨ ਦਿਸ ਲੈਂਗੁਏਜ। ਸੋ deliberate efforts are required to learn a foreign language. deliberate ਹੁੰਦਾ ਹੈ ਰਜੇ ਜਦੋਂ ਅਸੀਂ ਕੋਈ ਚੀਜ਼ ਜਾਣ ਬੁੱਝ ਕੇ ਐਫਰਟ ਦੇ ਨਾਲ ਕਰਦੇ ਹਾਂ। which requires instrumental approach. instrumental approach ਜਦੋਂ ਅਸੀਂ ਕਿਸੇ ਚੀਜ਼ ਦੇ ਨਾਲ ਕਿਸੇ ਚੀਜ਼ ਨੂੰ ਮਤਲਬ ਐਫਰਟਸ ਕਰਦੇ ਹਾਂ ਇੰਸਟਰੂਮੈਂਟਲ ਦੇ ਨਾਲ, ਕਿਸੇ ਵੀ ਹੈਲਪਫੁਲ ਚੀਜ਼ ਦੇ ਨਾਲ, ਕਿਸੇ ਏਡ ਦੇ ਨਾਲ। ਮਤਲਬ ਦਿਸ language is learnt as a student in a normal school through reading of books or to communicate with other speaker or in a foreign country. ਇਸ ਭਾਸ਼ਾ ਨੂੰ ਸਿੱਖਣ ਦੇ ਲਈ ਅਸੀਂ ਕਿਸੇ ਜਿਹੜੇ ਬੱਚੇ ਨੇ ਕਿਸੇ ਨੋਰਮਲ ਸਕੂਲ ਦੇ ਵਿੱਚ ਵੀ ਫੋਰਨ ਲੈਂਗੁਏਜ ਸਿੱਖ ਸਕਦੇ ਨੇ। ਜਿਵੇਂ ਅਸੀਂ ਕੋਈ ਇੰਗਲਿਸ਼ ਤਾਂ ਸਾਨੂੰ ਵੈਸੇ ਹੀ ਸਿਖਾਈ ਜਾਂਦੀ ਹੈ ਇੰਡੀਆ ਦੇ ਵਿੱਚ ਸਕੂਲਾਂ ਦੇ ਵਿੱਚ ਹੀ। ਇਸ ਤੋਂ ਇਲਾਵਾ ਜੇ ਤੁਸੀਂ ਕੋਈ ਹੋਰ ਲੈਂਗੁਏਜ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਪਰਟੀਕੂਲਰ ਸਕੂਲ 'ਚ ਜੁਆਇਨ ਕਰ ਸਕਦੇ ਹੋ ਜਿੱਥੇ ਸਿਰਫ ਸਪੈਨਿਸ਼, ਜਰਮਨ ਜਾਂ ਕੋਈ ਵੀ ਲੈਂਗੁਏਜ ਸਿਖਾਈ ਜਾਂਦੀ ਹੈ। ਜਾਂ ਫਿਰ ਤੁਸੀਂ ਕਿਤਾਬਾਂ ਪੜ੍ਹ ਕੇ ਸਿੱਖ ਸਕਦੇ ਹੋ, ਜਾਂ ਫਿਰ ਕਮਿਊਨੀਕੇਟ ਕਰਕੇ ਅਦਰ ਸਪੀਕਰਸ ਦੇ ਨਾਲ ਜਿਨ੍ਹਾਂ ਨੂੰ ਉਸ ਲੈਂਗੁਏਜ ਦੀ ਨੌਲੇਜ ਹੈ, ਜਾਂ ਫਿਰ ਇਨ ਅ ਫੋਰਨ ਕੰਟਰੀ। ਔਰ ਯੂ ਕੈਨ ਗੋ ਟੂ ਦ ਪਰਟੀਕੂਲਰ ਕੰਟਰੀ ਵੇਅਰ ਦੈਟ ਲੈਂਗੁਏਜ ਇਜ਼ ਸਪੋਕਨ। ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ ਤੁਸੀਂ ਉੱਥੇ ਜਾ ਕੇ ਉਹ ਭਾਸ਼ਾ ਵੀ ਸਿੱਖ ਸਕਦੇ ਹੋ। ਸੋ ਫੋਰਨ ਲੈਂਗੁਏਜ ਹੈ ਜਿਹੜੀ ਇੰਸਟਰਕਸ਼ਨ ਇਜ਼ ਆਫਨ ਰਿਕੁਆਇਰਡ ਔਰ ਸਟਰੋਂਗਲੀ ਇਨਕਰੇਜਡ ਇਨ ਪ੍ਰਾਇਮਰੀ ਐਂਡ ਸੈਕੰਡਰੀ ਐਜੂਕੇਸ਼ਨ। ਜਿਹੜੀ ਫੋਰਨ ਲੈਂਗੁਏਜ ਇੰਸਟਰਕਸ਼ਨ ਹੈ ਮਤਲਬ ਪ੍ਰਾਇਮਰੀ ਸੈਕੰਡਰੀ ਜਿਹੜਾ ਸਾਡੀ ਐਜੂਕੇਸ਼ਨ ਆ ਉਹਦੇ ਵਿੱਚ ਹੀ ਰਿਕੁਆਇਰਡ ਹੁੰਦੀ ਹੈ, ਕਿਉਂਕਿ ਦੇਰ ਆਰ more than 6000 languages in use around the globe. ਜੇ ਅਸੀਂ ਗੱਲ ਕਰੀਏ ਵਰਲਡ ਲੈਵਲ ਦੇ ਉੱਤੇ ਲਗਭਗ 6000 ਲੈਂਗੁਏਜਸ ਜਿਹੜੀਆਂ ਬੋਲੀਆਂ ਜਾਂਦੇ ਨੇ। ਸਟੱਡਿੰਗ ਅ ਫੋਰਨ ਲੈਂਗੁਏਜ ਇਜ਼ ਕੀ ਟੂ ਅੰਡਰਸਟੈਂਡਿੰਗ ਐਂਡ ਕਮਿਊਨੀਕੇਟਿੰਗ ਵਿਦ ਦ ਪੀਪਲ ਆਫ ਅ ਫੋਰਨ ਕਲਚਰ। ਸੋ ਜੇ ਅਸੀਂ ਮਤਲਬ ਫੋਰਨ ਲੈਂਗੁਏਜ ਸਿੱਖ ਰਹੇ ਹਾਂ, ਇਟ ਮੀਨਸ ਕਿ ਅਸੀਂ ਕਹਿ ਲਓ ਉਹਦਾ ਮਤਲਬ ਹੈ ਕਿ ਅਸੀਂ ਕਿਸੇ ਫੋਰਨ ਕਲਚਰ ਦੇ ਪਰਸਨ ਦੇ ਨਾਲ ਗੱਲ ਕਰ ਸਕਦੇ ਹਾਂ। ਸਕੂਲ ਅਰਾਊਂਡ ਦ ਵਰਲਡ ਇਨਕਰੇਜ ਸਟੂਡੈਂਟ ਟੂ ਸਟੱਡੀ ਐਟਲੀਸਟ ਵਨ ਫੋਰਨ ਲੈਂਗੁਏਜ ਐਂਡ ਡੂਇੰਗ ਸੋ ਇਜ਼ ਅ ਰਿਕੁਆਇਰਮੈਂਟ ਫॉर ਮੈਨੀ ਕਾਲਜਸ ਐਂਡ ਯੂਨੀਵਰਸਿਟੀਜ਼। ਸੋ ਜਿਹੜੇ ਸਕੂਲ ਨੇ ਵਰਲਡ ਦੇ ਵਿੱਚ, ਚਾਹੇ ਉਹ ਕਿਸੇ ਵੀ ਕੰਟਰੀ ਦੇ ਸਕੂਲ ਨੇ, ਉਹ ਘੱਟੋ ਘੱਟ ਇਹ ਕਹਿ ਰਹੇ ਕਿ ਇੱਕ ਜਾਂ ਇੱਕ ਤੋਂ ਵੱਧ ਤੁਸੀਂ ਫੋਰਨ ਲੈਂਗੁਏਜ ਸਿੱਖਣੀ ਹੈ। ਇੰਡੀਆ ਦੇ ਵਿੱਚ ਕਿਹੜੀ ਫੋਰਨ ਲੈਂਗੁਏਜ ਸਿਲੇਬਸ ਦੇ ਵਿੱਚ ਪੜ੍ਹਾਈ ਹੀ ਜਾਂਦੀ ਹੈ? ਇੰਗਲਿਸ਼।
ਐਂਡ ਇਹੋ ਜਿਹਾ ਅਜਿਹਾ ਕਰਨ ਦੇ ਨਾਲ ਕੀ ਹੁੰਦਾ ਹੈ, ਇਟ ਇਜ਼ ਅ ਰਿਕੁਆਇਰਮੈਂਟ ਫॉर ਮੈਨੀ ਕਾਲਜਸ, ਈਵਨ ਕਿ ਇਹ ਕਾਲਜਸ ਅਤੇ ਯੂਨੀਵਰਸਿਟੀ ਦੇ ਵਿੱਚ ਵੀ ਰਿਕੁਆਇਰਮੈਂਟ ਹੈ ਕਿ ਤੁਸੀਂ ਇੱਕ ਜਾਂ ਇੱਕ ਤੋਂ ਵੱਧ ਜਿਹੜੀ ਫੋਰਨ ਲੈਂਗੁਏਜ ਵੀ ਪੜ੍ਹਨੀ ਹੈ। ਠੀਕ ਹੈ ਰਾਜੇ। ਸੋ ਇਹ ਸੀ ਫੋਰਨ ਲੈਂਗੁਏਜ ਦੀ ਗੱਲ। ਤਾਂ ਫੋਰਨ ਲੈਂਗੁਏਜ ਕੀ ਹੋ ਗਈ ਰਾਜੇ, ਜਿਹੜੀ ਵਿਦੇਸ਼ੀ ਭਾਸ਼ਾ, ਜਿਹੜੀ ਅਸੀਂ ਮਤਲਬ ਜਿਹੜੀ ਸਾਡੇ ਦੇਸ਼ 'ਚ ਬੋਲੀ ਨਹੀਂ ਜਾਂਦੀ ਪਰ ਅਸੀਂ ਉਹਨੂੰ ਕਿਸੇ ਰੀਜ਼ਨ ਕਰਕੇ ਸਿੱਖਦੇ ਹਾਂ। ਜਿਹਨੂੰ ਨਹੀਂ ਜ਼ਰੂਰਤ ਹੁੰਦੀ ਉਹਨੂੰ ਨਹੀਂ, ਉਹ ਇਸ ਨੂੰ ਨਹੀਂ ਸਿੱਖਦਾ, ਸਿਰਫ ਉਹੀ ਸਿੱਖਦਾ ਹੈ ਜਿਹਨੂੰ ਇਹਦੀ ਲੋੜ ਹੁੰਦੀ ਹੈ। ਇੱਕ ਬੰਦਾ ਆਪਾਂ ਐਗਜ਼ਾਮਪਲ ਲੈਂਦੇ, ਕੋਈ ਪਰਸਨ ਹੈ ਜਿਹੜਾ ਪੰਜਾਬੀ ਦਾ ਟੀਚਰ ਹੈ, ਆਲਰੇਡੀ ਕਿਸੇ ਸਰਕਾਰੀ ਸਕੂਲ ਦੇ ਵਿੱਚ ਪੰਜਾਬੀ ਪੜ੍ਹਾ ਰਿਹਾ ਹੈ ਅਤੇ ਉਹਨੂੰ ਪਤਾ ਹੈ ਕਿ ਜੀ ਮੇਰੀ ਸਰਕਾਰੀ ਜੋਬ ਹੈ, ਮੈਂ ਪੰਜਾਬੀ ਦਾ ਟੀਚਰ ਹਾਂ, ਜਦ ਤੱਕ ਮੈਂ ਰਿਟਾਇਰ ਨਹੀਂ ਹੁੰਦਾ ਤਦ ਤੱਕ ਮੈਂ ਇਸੇ ਸਕੂਲ 'ਚ ਪੰਜਾਬੀ ਪੜ੍ਹਾਉਣੀ ਹੈ। ਸੋ ਆਈ ਨੀਡ ਨੋਟ ਟੂ ਲਰਨ ਇੰਗਲਿਸ਼ ਔਰ ਐਨੀ ਅਦਰ ਫੋਰਨ ਲੈਂਗੁਏਜ। ਅਤੇ ਇਹੋ ਜਿਹਾ ਪਰਸਨ ਜਿਹੜਾ ਰਾਜੇ ਹੋਊਗਾ ਉਹਨੂੰ ਜ਼ਰੂਰਤ ਨਹੀਂ ਹੈ ਫੋਰਨ ਲੈਂਗੁਏਜ ਸਿੱਖਣ ਦੀ। ਫੋਰਨ ਲੈਂਗੁਏਜ ਅਸੀਂ ਸਿਰਫ ਉਦੋਂ ਹੀ ਸਿੱਖਦੇ ਹਾਂ ਜਦੋਂ ਸਾਨੂੰ ਉਹਦੀ ਜ਼ਰੂਰਤ ਹੁੰਦੀ ਹੈ, ਸਾਨੂੰ ਉਹਦੀ ਰਿਕੁਆਇਰਮੈਂਟ ਹੁੰਦੀ। ਤੁਸੀਂ ਫੋਰਨ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਕੋਈ ਵੀ ਫੋਰਨ ਲੈਂਗੁਏਜ ਸਿੱਖਦੇ ਹੋ, ਜਿਸ ਕੰਟਰੀ 'ਚ ਤੁਸੀਂ ਜਾਣਾ ਚਾਹੁੰਦੇ ਹੋ, ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਹੈ, ਤੁਸੀਂ ਆਇਲਟਸ ਵਗੈਰਾ ਕਰਕੇ ਜਾਂ ਫਿਰ ਜਿਹੜੀ ਭਾਸ਼ਾ ਤੁਹਾਨੂੰ ਉੱਥੇ ਰਿਕੁਆਇਰਡ ਹੈ ਤੁਸੀਂ ਉਹ ਵਾਲੀ ਲੈਂਗੁਏਜ ਸਿੱਖਦੇ ਹੋ। ਅਤੇ ਸਾਨੂੰ ਆਰਟੀਫਿਸ਼ੀਅਲ ਪ੍ਰੋਸੈਸ ਦੇ ਰਾਹੀਂ ਸਿੱਖਣੀ ਪੈਂਦੀ ਹੈ, ਮਤਲਬ ਬੁੱਕਸ ਪੜ੍ਹ ਕੇ, ਕਿਸੇ ਨਾਲ ਕਮਿਊਨੀਕੇਟ ਕਰਕੇ, ਕਿਸੇ ਤੋਂ ਉਹਦੇ ਰੂਲ ਸਿੱਖ ਕੇ ਵਗੈਰਾ ਵਗੈਰਾ, ਮਤਲਬ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਵਿਦੇਸ਼ੀ ਭਾਸ਼ਾ ਨੂੰ ਸਿੱਖਦੇ ਹਾਂ। ਸੋ ਉਮੀਦ ਹੈ ਕਿ ਤੁਹਾਨੂੰ ਤਿੰਨੋਂ ਹੀ ਲੈਂਗੁਏਜਸ ਜਿਹੜੀਆਂ ਉਹ ਕਲੀਅਰ ਹੋ ਗਈਆਂ ਹੋਣਗੀਆਂ ਰਾਜੇ, ਫਸਟ, ਸੈਕਿੰਡ ਅਤੇ ਫੋਰਨ। ਐਂਡ ਹੋਰ ਚੀਜ਼ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੋਪਿਕ ਹੈ, ਮੈਂ ਪਹਿਲਾਂ ਵੀ ਤੁਹਾਨੂੰ ਦੱਸਤਾ ਸੀ। ਅਤੇ ਇੱਕ ਹੋਰ ਰਿਕੁਐਸਟ ਹੈ ਰਾਜੇ ਕਿ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਆਪਣੇ ਨੋਨ ਨੇ, ਜਿੰਨੇ ਵੀ ਤੁਹਾਡੇ ਕੋਈ ਰਿਲੇਟਿਵਸ ਨੇ, ਕੋਈ ਨੋਨ ਨੇ, ਜਾਂ ਕੋਈ ਇਹੋ ਜਿਹਾ ਬੱਚਾ ਹੈ ਜਿਹੜਾ ETT ਕਰ ਰਿਹਾ ਹੈ ਪਰ ਆਪਣੇ ਕਾਲਜ ਤੋਂ ਨਹੀਂ ਕਰ ਰਿਹਾ, ਤੁਹਾਡਾ ਨੋਨ ਹੈ ਕਿਸੇ ਹੋਰ ਕਾਲਜ ਤੋਂ ਕਰ ਰਿਹਾ ਹੈ, ਤੁਸੀਂ ਇਹ ਜਿਹੜਾ ਇਹਦਾ ਲਿੰਕ ਹੈ ਲੈਕਚਰ ਦਾ ਉਹਦੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਸ ਬੱਚੇ ਨੂੰ ਵੀ ਇਹਦਾ ਫਾਇਦਾ ਮਿਲ ਸਕੇ। ਸੋ ਮਿਲਦੇ ਰਹਾਂਗੇ ਰਾਜੇ ਇਸੇ ਤਰ੍ਹਾਂ ਬਾਕੀ ਟੌਪਿਕ ਲੈ ਕੇ ਵੀ। ਉਮੀਦ ਹੈ ਤੁਹਾਨੂੰ ਇਸ ਲੈਕਚਰ ਤੋਂ ਬਹੁਤ ਫਾਇਦਾ ਮਿਲੇਗਾ। ਐਂਡ ਓਕੇ, ਥੈਂਕ ਯੂ ਰਾਜੇ, ਕੀਪ ਵਾਚਿੰਗ ਦਿਲਜੀਤ ਐਜੂਕੇਸ਼ਨ ਵਰਲਡ।